ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ, ਅੱਜ ਆਪਾਂ ਨਰੇਸ਼ਨ ਦੀ ਸਟੱਡੀ ਨੋਟਸ ਰਾਹੀਂ ਕਰਨ ਲੱਗੇ ਹਾਂ। ਪਿਆਰੇ ਵਿਦਿਆਰਥੀਓ, ਹੁੰਦਾ ਕੀ ਹੈ ਕਿ ਪੇਪਰਾਂ ਵਾਲੇ ਦਿਨਾਂ ਦੇ ਵਿੱਚ ਸਾਡੇ ਕੋਲੋਂ ਸਮਾਂ ਨਹੀਂ ਹੁੰਦਾ ਕਿ ਅਸੀਂ ਕਿਤਾਬਾਂ ਪੜ੍ਹ ਸਕੀਏ ਜਾਂ YouTube ਤੋਂ ਬਹੁਤ ਵੱਡੀਆਂ ਵੀਡੀਓਜ਼ ਦੇਖ ਸਕੀਏ। ਉਸ ਵਕਤ ਇਹ ਨੋਟਸ ਬਹੁਤ ਜ਼ਿਆਦਾ ਸਹਾਈ ਹੁੰਦੇ ਹਨ। ਤਾਂ ਪਿਆਰੇ ਵਿਦਿਆਰਥੀਓ, ਨਰੇਸ਼ਨ ਨੂੰ ਆਪਾਂ ਡਾਇਰੈਕਟ, ਇਨਡਾਇਰੈਕਟ ਵੀ ਕਹਿੰਦੇ ਹਾਂ। ਮਜ਼ਾਕ ਨਾਲ ਇਸ ਨੂੰ ਆਪਾਂ ਸਿੱਧੇ ਅਸਿੱਧੇ ਜਾਂ ਸਿੱਧੇ ਟੇਢੇ ਵੀ ਕਹਿ ਸਕਦੇ ਹਾਂ। ਗੱਲ ਕਰਦੇ ਹਾਂ ਡਾਇਰੈਕਟ ਸਪੀਚ ਕੀ ਹੈ। ਡਾਇਰੈਕਟ ਸਪੀਚ ਐਕਚੁਅਲ ਵਰਡਸ ਆਫ ਸਪੀਕਰ, ਵਕਤਾ ਦੇ ਬੋਲਣ ਵਾਲੇ ਦੇ ਅਸਲ ਸ਼ਬਦ। ਜਦੋਂ ਕਿਸੇ ਵਿਅਕਤੀ ਦੇ ਬੋਲੇ ਸ਼ਬਦਾਂ ਨੂੰ ਉਸੇ ਤਰ੍ਹਾਂ ਲਿਖਿਆ ਜਾਂ ਬੋਲਿਆ ਜਾਵੇ ਜਿਸ ਤਰ੍ਹਾਂ ਉਸ ਵਿਅਕਤੀ ਨੇ ਉਹ ਸ਼ਬਦ ਬੋਲੇ, ਤਾਂ ਇਹਨਾਂ ਸ਼ਬਦਾਂ ਤੋਂ ਤਿਆਰ ਹੋਈ ਸਪੀਚ ਨੂੰ ਡਾਇਰੈਕਟ ਸਪੀਚ ਕਹਿੰਦੇ ਹਨ। ਐਗਜ਼ਾਮਪਲ, ਰਾਮ ਸੈਡ ਆਈ ਗੋ ਹੋਮ। ਇਨਡਾਇਰੈਕਟ ਸਪੀਚ ਸਮਰੀ ਆਫ ਐਕਚੁਅਲ ਵਰਡਸ ਆਫ ਸਪੀਕਰ, ਬੋਲਣ ਵਾਲੇ ਦੇ ਸ਼ਬਦਾਂ ਦੀ ਸਮਰੀ ਜਾਂ ਕਹਿ ਲਓ ਵਕਤਾ ਦੇ ਅਸਲ ਸ਼ਬਦਾਂ ਦੀ ਸੰਖੇਪ ਰਚਨਾ, ਜਾਂ ਕਹਿ ਲਓ ਬੋਲਣ ਵਾਲੇ ਦੇ ਸ਼ਬਦਾਂ ਦਾ ਅਰਥ। ਜਦੋਂ ਕਿਸੇ ਵਿਅਕਤੀ ਦੇ ਬੋਲੇ ਸ਼ਬਦਾਂ ਨੂੰ ਅਸੀਂ ਆਪਣੇ ਸ਼ਬਦਾਂ ਵਿੱਚ ਲਿਖਦੇ ਜਾਂ ਬੋਲਦੇ ਹਾਂ ਤਾਂ ਇਹਨਾਂ ਸ਼ਬਦਾਂ ਤੋਂ ਤਿਆਰ ਹੋਈ ਸਪੀਚ ਨੂੰ ਇਨਡਾਇਰੈਕਟ ਸਪੀਚ ਕਹਿੰਦੇ ਹਨ। ਐਗਜ਼ਾਮਪਲ, ਰਾਮ ਸੈਡ ਦੈਟ ਹੀ ਵੈਂਟ ਹੋਮ। ਪਿਆਰੇ ਵਿਦਿਆਰਥੀਓ, ਨਰੇਸ਼ਨ ਸ਼ਬਦ ਨਰੇਟ ਸ਼ਬਦ ਤੋਂ ਲਿਆ ਗਿਆ ਹੈ, ਜਿਸ ਦਾ ਭਾਵ ਹੈ ਕਹਾਣੀ ਸੁਣਾਉਣਾ। ਕਹਾਣੀ ਦੋ ਤਰੀਕਿਆਂ ਨਾਲ ਸੁਣਾਈ ਜਾਂਦੀ ਹੈ। ਨੰਬਰ 1, ਕਿਸੇ ਦੇ ਕਹੇ ਹੋਏ ਸ਼ਬਦਾਂ ਨੂੰ ਹੂ-ਬਹੂ ਉਸੇ ਤਰ੍ਹਾਂ ਬਿਆਨ ਕਰਨਾ। ਨੰਬਰ 2, ਕਿਸੇ ਦੇ ਕਹੇ ਹੋਏ ਸ਼ਬਦਾਂ ਨੂੰ ਆਪਣੇ ਸ਼ਬਦਾਂ ਵਿੱਚ ਬਿਆਨ ਕਰਨਾ। ਇਸ ਲਈ ਕਿਸੇ ਦੇ ਕਹੇ ਹੋਏ ਸ਼ਬਦਾਂ ਨੂੰ ਬਿਲਕੁਲ ਉਸੇ ਤਰ੍ਹਾਂ ਹੀ ਬਿਆਨ ਕਰਨ ਨੂੰ ਅਸੀਂ ਡਾਇਰੈਕਟ ਨਰੇਸ਼ਨ ਜਾਂ ਡਾਇਰੈਕਟ ਸਪੀਚ ਕਹਿੰਦੇ ਹਾਂ, ਅਤੇ ਕਿਸੇ ਦੇ ਕਹੇ ਹੋਏ ਸ਼ਬਦਾਂ ਨੂੰ ਆਪਣੇ ਸ਼ਬਦਾਂ ਦੇ ਵਿੱਚ ਬਿਆਨ ਕਰਨ ਨੂੰ ਇਨਡਾਇਰੈਕਟ ਨਰੇਸ਼ਨ ਜਾਂ ਇਨਡਾਇਰੈਕਟ ਸਪੀਚ ਕਹਿੰਦੇ ਹਾਂ। ਪਿਆਰੇ ਵਿਦਿਆਰਥੀਓ, ਨਰੇਸ਼ਨ ਦੇ ਵਿੱਚ ਵਰਤੋਂ ਵਿੱਚ ਆਉਣ ਵਾਲੀਆਂ ਕੁਝ ਟਰਮਸ ਜੇਕਰ ਸਾਨੂੰ ਪਤਾ ਹਨ ਤਾਂ ਸਾਨੂੰ ਨਰੇਸ਼ਨ ਸਮਝਣ ਲੱਗੇ ਕੋਈ ਵੀ ਮੁਸ਼ਕਲ ਨਹੀਂ ਆਉਂਦੀ। ਇੰਪੋਰਟੈਂਟ ਟਰਮਸ ਇਨ ਨਰੇਸ਼ਨ: ਨੰਬਰ 1, ਰਿਪੋਰਟਿੰਗ ਸਪੀਚ। ਨੰਬਰ 2, ਰਿਪੋਰਟਿੰਗ ਵਰਬ। ਨੰਬਰ 3, ਰਿਪੋਰਟਡ ਸਪੀਚ। ਨੰਬਰ 4, ਸਬਜੈਕਟ। ਨੰਬਰ 5, ਆਬਜੈਕਟ। ਨੰਬਰ 6, ਪ੍ਰਨਾਉਂਸ। ਨੰਬਰ 7, ਕੰਜੰਕਸ਼ਨ। ਨੰਬਰ 8, ਐਡਜੈਕਟਿਵਸ ਐਂਡ ਐਡਵਰਬਸ। ਪਿਆਰੇ ਵਿਦਿਆਰਥੀਓ, ਇਹਨਾਂ ਸਾਰੇ ਹੀ ਟਰਮਸ ਦੀ ਆਪਾਂ ਸਟੱਡੀ ਕਰਾਂਗੇ। ਇੰਪੋਰਟੈਂਟ ਟਰਮਸ ਇਨ ਨਰੇਸ਼ਨ: ਨੰਬਰ 1, ਰਿਪੋਰਟਿੰਗ ਸਪੀਚ। ਨੰਬਰ 2, ਰਿਪੋਰਟਿੰਗ ਵਰਬ। ਨੰਬਰ 3, ਰਿਪੋਰਟਡ ਸਪੀਚ। ਨੰਬਰ 4, ਸਬਜੈਕਟ। ਨੰਬਰ 5, ਆਬਜੈਕਟ। ਨੰਬਰ 6, ਪ੍ਰਨਾਉਂਸ। ਨੰਬਰ 7, ਕੰਜੰਕਸ਼ਨ। ਨੰਬਰ 8, ਐਡਜੈਕਟਿਵਸ ਐਂਡ ਐਡਵਰਬਸ। ਤਾਂ ਪਿਆਰੇ ਵਿਦਿਆਰਥੀਓ, ਇੱਕ ਨੋਟ ਹੈ ਤੁਹਾਡੇ ਲਈ। ਚੈਨਲ ਦਿਨੇਸ਼ ਐਜੂਕੇਸ਼ਨ ਐਂਡ ਸਪੋਰਟਸ ਤੇ ਜਾ ਕੇ ਪਲੇਲਿਸਟ ਤੇ ਪਹੁੰਚਣਾ ਹੈ। ਪਲੇਲਿਸਟ ਦੇ ਵਿੱਚੋਂ ਇੱਕ ਪਲੇਲਿਸਟ ਨਰੇਸ਼ਨ ਇਨ ਇੰਗਲਿਸ਼ ਗ੍ਰਾਮਰ, ਇਸ ਤੇ ਜਦੋਂ ਤੁਸੀਂ ਕਲਿੱਕ ਕਰੋਗੇ ਤਾਂ ਤੁਹਾਨੂੰ 18 ਵੀਡੀਓਜ਼ ਮਿਲਣਗੀਆਂ ਨਰੇਸ਼ਨ ਨਾਲ ਸੰਬੰਧਿਤ, ਜਿਨ੍ਹਾਂ ਦੇ ਵਿੱਚ ਡਿਟੇਲ ਨਾਲ ਇਹ ਟੌਪਿਕ ਸਮਝਾਇਆ ਗਿਆ ਹੈ। ਪਿਆਰੇ ਵਿਦਿਆਰਥੀਓ, ਇੰਪੋਰਟੈਂਟ ਟਰਮਸ ਦੀ ਪਲੇਸ ਜਿਹੜੀ ਹੈ ਉਹ ਕਿੱਥੇ ਜੇ ਹੁੰਦੀ ਹੈ, ਪਹਿਲਾਂ ਆਪਾਂ ਉਹ ਸਟੱਡੀ ਕਰਦੇ ਹਾਂ, ਫਿਰ ਇਹ ਸਾਰੀਆਂ ਟਰਮਸ ਦੀ ਸਟੱਡੀ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਇੱਕ ਵਾਕ ਲੈਂਦੇ ਹਾਂ। ਮੋਹਨ ਸੈਡ ਟੂ ਹਿਮ, ਇਨਵਰਟਡ ਕੋਮਾ ਸਟਾਰਟ, I have no time to talk to you now.
ਇਨਵਰਟਡ ਕੋਮਾ ਕਲੋਜ਼। ਤਾਂ ਪਿਆਰੇ ਵਿਦਿਆਰਥੀਓ, ਪਹਿਲਾ ਜਿਹੜਾ ਵਰਡ ਹੈ ਮੋਹਨ ਵਿਅਕਤੀ ਵਾਸਤੇ ਹੈ। ਇਹ ਜਿਹੜਾ ਕਹਿਣ ਵਾਲਾ ਵਿਅਕਤੀ ਹੈ, ਮੋਹਨ ਸ਼ਬਦ ਹੈ, ਇਹ ਸਬਜੈਕਟ ਹੈ। ਉਸ ਤੋਂ ਬਾਅਦ ਜਿਹੜਾ ਸੈਡ ਟੂ ਹੈ, ਇਹ ਰਿਪੋਰਟਿੰਗ ਵਰਬ ਹੈ। ਸੈਡ ਟੂ ਤੋਂ ਬਾਅਦ ਜਿਹੜਾ ਵਰਡ ਆਉਂਦਾ ਹੈ, ਜਿਵੇਂ ਇਸ ਵਿੱਚ ਹਿਮ ਹੈ, ਇਹ ਆਬਜੈਕਟ ਦੀ ਪਲੇਸ ਹੈ। ਉਸ ਤੋਂ ਬਾਅਦ ਪਿਆਰੇ ਵਿਦਿਆਰਥੀਓ, ਆਏ ਜਿਹੜਾ ਵਰਡ ਹੈ, ਇਹ ਪ੍ਰਨਾਊਨ ਹੈ। ਜਿਹੜਾ ਵਰਡ ਨਾਓ ਹੈ, ਇਹ ਇਸ ਵਾਕ ਦੇ ਸੰਦਰਭ ਦੇ ਵਿੱਚ ਐਡਵਰਬ ਹੈ, ਪਰ ਕਦੇ-ਕਦੇ ਇਹੀ ਵਰਡ ਨਾਓ ਐਡਜੈਕਟਿਵ ਦਾ ਕੰਮ ਵੀ ਕਰਦਾ ਹੈ। ਅਗਲੀ ਮਹੱਤਵਪੂਰਨ ਗੱਲ ਇਹ ਹੈ ਕਿ ਵਰਡ ਮੋਹਨ ਤੋਂ ਲੈ ਕੇ ਹਿਮ ਤੱਕ, ਕਹਿਣ ਦਾ ਭਾਵ ਕੋਮੇ ਤੱਕ ਜਿਹੜਾ ਇਹ ਵਾਕਾਂਸ਼ ਹੈ, ਇਸ ਨੂੰ ਅਸੀਂ ਰਿਪੋਰਟਿੰਗ ਸਪੀਚ ਕਹਿੰਦੇ ਹਾਂ। ਜਿਹੜੀ ਗੱਲ ਇਨਵਰਟਡ ਕੋਮੇ ਦੇ ਵਿੱਚ ਲਿਖੀ ਹੈ, ਕਹਿਣ ਦਾ ਭਾਵ ਜਿਹੜਾ ਵਾਕ ਇਨਵਰਟਡ ਕੋਮੇ ਦੇ ਵਿੱਚ ਹੈ, ਉਸ ਵਾਕ ਨੂੰ ਅਸੀਂ ਰਿਪੋਰਟਡ ਸਪੀਚ ਕਹਿੰਦੇ ਹਾਂ। ਇਨਡਾਇਰੈਕਟ ਨਰੇਸ਼ਨ, ਮੋਹਨ ਟੋਲਡ ਹਿਮ that he had no time to talk to him then। ਇਸ ਵਿੱਚ ਵੀ ਮੋਹਨ ਸਬਜੈਕਟ ਹੈ, ਹਿਮ ਆਬਜੈਕਟ ਹੈ, ਪ੍ਰੋਨਾਊਨਸ ਚੇਂਜ ਹੋ ਗਿਆ ਹੈ, ਹੀ ਆ ਗਿਆ ਹੈ। ਇਸੇ ਤਰ੍ਹਾਂ ਨਾਓ ਜਿਹੜਾ ਐਡਵਰਬ ਸੀ, ਉਹ ਵੀ ਚੇਂਜ ਹੋ ਕੇ ਐਡਵਰਬ ਦੈਨ ਬਣ ਗਿਆ ਹੈ। ਪਿਆਰੇ ਵਿਦਿਆਰਥੀਓ, ਜਿਹੜੀਆਂ ਇਹ ਇੰਪੋਰਟੈਂਟ ਟਰਮਸ ਨੇ, ਇਹਨਾਂ ਦੇ ਆਪਾਂ ਸਧਾਰਨ ਅਰਥ ਜਾਣ ਲੈਂਦੇ ਹਾਂ। ਸਭ ਤੋਂ ਪਹਿਲਾਂ ਹੈ ਸਬਜੈਕਟ, ਗੱਲ ਕਹਿਣ ਵਾਲਾ। ਵਾਕ ਦੇ ਸ਼ੁਰੂ ਵਿੱਚ ਹੁੰਦਾ ਹੈ ਆਮ ਤੌਰ ਤੇ। ਆਬਜੈਕਟ, ਜਿਸ ਨੂੰ ਗੱਲ ਕਹੀ ਜਾ ਰਹੀ ਹੈ, ਕਹਿਣ ਦਾ ਭਾਵ ਸੁਣਨ ਵਾਲਾ। ਆਮ ਤੌਰ ਤੇ ਸੈਡ ਟੂ ਤੋਂ ਬਾਅਦ ਆਉਂਦਾ ਹੈ। ਰਿਪੋਰਟਿੰਗ ਸਪੀਚ, ਸਬਜੈਕਟ ਤੋਂ ਆਬਜੈਕਟ ਤੱਕ ਦਾ ਵਾਕਾਂਸ਼। ਪਿਆਰੇ ਵਿਦਿਆਰਥੀਓ, ਅਸੀਂ ਰਿਪੋਰਟਡ ਸਪੀਚ ਨੂੰ ਕੋਮੇ ਨਾਲ ਪਹਿਲਾਂ ਦੇ ਵਾਕ ਤੋਂ ਅਲੱਗ ਕਰ ਦਿੰਦੇ ਹਾਂ। ਜਿਹੜਾ ਇਹ ਪਹਿਲਾਂ ਵਾਲਾ ਵਾਕ ਹੈ ਜਾਂ ਵਾਕਾਂਸ਼ ਹੈ, ਉਸ ਨੂੰ ਆਪਾਂ ਰਿਪੋਰਟਿੰਗ ਸਪੀਚ ਕਹਿੰਦੇ ਹਾਂ। ਨੰਬਰ 4, ਰਿਪੋਰਟਿੰਗ ਵਰਬ। ਵਰਬ ਦੀ ਫਾਰਮ, ਜਿਵੇਂ ਸੈਡ, ਸੈਡ ਟੂ, ਸੇ ਆਦਿ। ਨੈਕਸਟ ਹੈ ਰਿਪੋਰਟਡ ਸਪੀਚ, ਇਨਵਰਟਡ ਕੋਮਿਆਂ ਵਿੱਚ ਲਿਖੀ ਗੱਲ। ਨੈਕਸਟ ਹੈ ਜੀ ਪ੍ਰਨਾਊਨ, ਖਾਸ ਨਾਉ, ਪ੍ਰੋਪਰ ਨਾਉਨ ਦੀ ਥਾਂ ਵਰਤੇ ਜਾਂਦੇ ਸ਼ਬਦ, ਜਿਵੇਂ ਮੈਂ, ਤੂੰ, ਉਹ ਆਦਿ। ਆਏ, ਯੂ, ਹੀ, ਸ਼ੀ, ਦੇ ਐਟਸੈਟਰਾ। ਐਡਜੈਕਟਿਵਸ, ਕਿਸੇ ਵਿਅਕਤੀ ਜਾਂ ਵਸਤੂ ਦੀ ਵਿਸ਼ੇਸ਼ਤਾ ਦੱਸਣ ਵਾਲੇ ਸ਼ਬਦ, ਜਾਂ ਨਾਉਨ ਅਤੇ ਪ੍ਰਨਾਊਨ ਦੀ ਵਿਸ਼ੇਸ਼ਤਾ ਦੱਸਣ ਵਾਲੇ ਸ਼ਬਦ, ਜਿਵੇਂ ਸੋਹਣਾ ਮੁੰਡਾ, ਲੰਮੀ ਕੁੜੀ। ਇੱਥੇ ਸੋਹਣਾ ਸ਼ਬਦ ਤੇ ਲੰਮੀ ਸ਼ਬਦ ਇਹ ਵਿਸ਼ੇਸ਼ਣ ਹਨ। ਨੈਕਸਟ ਹੈ ਐਡਵਰਬਸ, ਉਹ ਸ਼ਬਦ ਜਿਹੜੇ ਕਿਸੇ ਕਿਰਿਆ ਦੀ ਵਿਸ਼ੇਸ਼ਤਾ ਕਰਨ, ਜਿਵੇਂ ਹੌਲੀ ਚੱਲਣਾ। ਚੱਲਣਾ ਕਿਰਿਆ ਹੈ, ਪਰ ਜਿਹੜਾ ਵਰਡ ਹੌਲੀ ਹੈ, ਇਹ ਐਡਵਰਬ ਹੈ। ਉਹ ਸ਼ਬਦ ਜਿਹੜੇ ਕਿਸੇ ਕਿਰਿਆ ਦੀ ਵਿਸ਼ੇਸ਼ਤਾ ਕਰਨ, ਜਿਵੇਂ ਹੌਲੀ ਚੱਲਣਾ, ਉੱਚੀ ਬੋਲਣਾ। ਇੱਥੇ ਹੌਲੀ, ਉੱਚੀ ਸ਼ਬਦ ਕਿਰਿਆ ਵਿਸ਼ੇਸ਼ਣ ਜਾਂ ਐਡਵਰਬ ਹਨ। ਰੂਲਸ ਆਫ ਨਰੇਸ਼ਨ ਵਿਦ ਐਗਜ਼ਾਮਪਲਸ। ਇਨਡਾਇਰੈਕਟ ਨਰੇਸ਼ਨ ਬਣਾਉਣ ਲੱਗਿਆਂ ਨੰਬਰ 1, ਸਧਾਰਨ ਵਾਕਾਂ ਵਿੱਚ ਸੈਡ ਟੂ ਬਣ ਜਾਂਦਾ ਹੈ ਟੋਲਡ, ਸੇਜ਼ ਟੂ ਬਣ ਜਾਂਦਾ ਹੈ ਟੈਲਸ, ਸੇ ਟੂ ਬਣ ਜਾਂਦਾ ਹੈ ਟੈਲ, ਸੈਡ ਦਾ ਸੈਡ, ਸੇ ਦਾ ਸੇ, ਸੇਜ਼ ਦਾ ਸੇਜ਼ ਹੀ ਰਹਿ ਜਾਂਦਾ ਹੈ। ਐਗਜ਼ਾਮਪਲ ਨੰਬਰ 1, ਹੀ ਸੈਡ ਟੂ ਮੀ ਆਈ ਰਾਈਟ ਅ ਲੈਟਰ। ਤਾਂ ਸੈਡ ਟੂ ਦਾ ਕੀ ਬਣ ਗਿਆ? ਟੋਲਡ। ਹੀ ਟੋਲਡ ਮੀ ਦੈਟ ਹੀ ਰੋਟ ਅ ਲੈਟਰ। ਪਿਆਰੇ ਵਿਦਿਆਰਥੀਓ, ਤੁਸੀਂ ਸਿਰਫ ਉਸੇ ਨਿਯਮ ਤੇ ਧਿਆਨ ਰੱਖਣਾ ਹੈ ਜਿਸ ਦੀ ਆਪਾਂ ਗੱਲ ਕਰ ਰਹੇ ਹਾਂ। ਸੈਡ ਟੂ ਦਾ ਕੀ ਬਣ ਜਾਂਦਾ ਹੈ? ਟੋਲਡ। ਨੰਬਰ 2, ਰਾਮ ਸੇਜ਼ ਟੂ ਮੀ ਆਈ ਐਮ ਗੋਇੰਗ ਹੋਮ। ਆਂਸਰ, ਰਾਮ tells me that he is going home।
ਸੇਜ਼ ਟੂ ਦਾ ਕੀ ਬਣ ਗਿਆ? ਟੈਲਸ। ਨੈਕਸਟ ਹੈ ਸੇ ਦਾ ਸੇ ਹੀ ਰਹਿ ਜਾਵੇਗਾ। ਆਈ ਸੇ ਆਈ ਐਮ ਇਲ, ਆਈ ਸੇ ਦੈਟ ਆਈ ਐਮ ਇਲ। ਇਸੇ ਤਰ੍ਹਾਂ ਨੰਬਰ 4, ਹੀ ਸੈਡ ਆਈ ਸ਼ੈਲ ਗੋ ਦੇਅਰ, ਹੀ ਸੈਡ ਦੈਟ ਹੀ ਵੁੱਡ ਗੋ ਦੇਅਰ। ਤਾਂ ਸੈਡ ਦਾ ਸੈਡ ਰਹਿ ਗਿਆ, ਸੇ ਦਾ ਸੇ ਰਹਿ ਗਿਆ, ਸੇਜ਼ ਟੂ ਦਾ ਕੀ ਬਣ ਗਿਆ? ਟੈਲਸ। ਸੈਡ ਟੂ ਦਾ ਕੀ ਬਣ ਗਿਆ? ਟੋਲਡ। ਰੂਲ ਨੰਬਰ 2, ਸਧਾਰਨ ਵਾਕਾਂ ਵਿੱਚ ਆਬਜੈਕਟ ਤੋਂ ਬਾਅਦ ਵਾਲਾ ਕੋਮਾ ਹਟਾ ਕੇ ਦੈਟ ਲਗਾਓ ਅਤੇ ਇਨਵਰਟਡ ਕੋਮਾਸ ਹਟਾ ਦਿਓ। ਇਸ ਨਾਲ ਸੰਬੰਧਿਤ ਉਦਾਹਰਨਾਂ ਉੱਪਰ ਦੇਖੀਆਂ ਜਾ ਸਕਦੀਆਂ ਹਨ। ਪਿਆਰੇ ਵਿਦਿਆਰਥੀਓ, ਰੂਲ ਨੰਬਰ 3, ਪ੍ਰੋਨਾਉਂਸ ਨੂੰ ਹੇਠ ਲਿਖੇ ਫਾਰਮੂਲੇ ਅਨੁਸਾਰ ਬਦਲੋ। ਫਾਰਮੂਲਾ ਕੀ ਹੈ? SON, ਸਨ, ਪੁੱਤਰ। ਤਾਂ ਪਿਆਰੇ ਵਿਦਿਆਰਥੀਓ, ਆਪਾਂ SON ਇਸ ਢੰਗ ਨਾਲ ਲਿਖ ਲੈਣਾ ਹੈ। S ਤੋਂ ਭਾਵ ਹੈ ਸਬਜੈਕਟ, O ਤੋਂ ਭਾਵ ਹੈ ਆਬਜੈਕਟ, N ਤੋਂ ਭਾਵ ਹੈ ਨੋ ਚੇਂਜ। ਤਾਂ ਪਿਆਰੇ ਵਿਦਿਆਰਥੀਓ, ਜਿਹੜਾ ਫਸਟ ਪਰਸਨ ਹੁੰਦਾ ਹੈ ਉਸ ਨੂੰ ਆਪਾਂ ਸਬਜੈਕਟ ਦੇ ਮੁਤਾਬਕ ਚੇਂਜ ਕਰਨਾ ਹੁੰਦਾ ਹੈ। ਜਿਹੜਾ ਸੈਕੰਡ ਪਰਸਨ ਹੁੰਦਾ ਹੈ ਉਸ ਨੂੰ ਆਪਾਂ ਆਬਜੈਕਟ ਦੇ ਮੁਤਾਬਕ ਚੇਂਜ ਕਰਨਾ ਹੁੰਦਾ ਹੈ। ਜਿਹੜਾ ਥਰਡ ਪਰਸਨ ਹੈ ਉਸ ਨੂੰ ਆਪਾਂ ਚੇਂਜ ਨਹੀਂ ਕਰਨਾ ਹੁੰਦਾ। ਹੁਣ ਗੱਲ ਆਉਂਦੀ ਹੈ ਵੀ ਫਸਟ ਪਰਸਨ ਕਿਹੜਾ ਕਿਹੜਾ ਹੈ। ਤਾਂ ਵਰਡ ਹੈ ਆਈ, ਮਾਈ, ਮੀ, ਵੀ, ਅਵਰ, ਅਸ। ਮੈਂ, ਮੇਰਾ, ਮੈਨੂੰ, ਅਸੀਂ, ਸਾਡਾ, ਸਾਨੂੰ, ਇਹ ਜਿਹੜੇ ਸ਼ਬਦ ਨੇ ਇਹ ਫਸਟ ਪਰਸਨ ਹੈ। ਜਿਹੜਾ ਫਸਟ ਪਰਸਨ ਹੈ ਉਸ ਨੂੰ ਆਪਾਂ ਦਿੱਤੇ ਹੋਏ ਵਾਕ ਦੇ ਸਬਜੈਕਟ ਦੇ ਅਨੁਸਾਰ ਚੇਂਜ ਕਰਾਂਗੇ। ਜਿਹੜੀ ਗੱਲ ਆਉਂਦੀ ਹੈ ਸੈਕੰਡ ਪਰਸਨ ਦੀ, ਉਸ ਦੇ ਵਿੱਚ ਦੋ ਸ਼ਬਦ ਨੇ, ਯੂ ਤੇ ਯੂਅਰ। ਜਿਹੜੇ ਇਹ ਯੂ ਤੇ ਯੂਅਰ ਸ਼ਬਦ ਹੈ ਇਸ ਨੂੰ ਆਪਾਂ ਹਮੇਸ਼ਾ ਹੀ ਆਬਜੈਕਟ ਦੇ ਮੁਤਾਬਕ ਚੇਂਜ ਕਰਾਂਗੇ। ਤਾਂ ਯਾਦ ਰੱਖਣਾ ਹੈ ਯੂ ਤੇ ਯੂਅਰ ਨੂੰ ਆਪਾਂ ਆਬਜੈਕਟ ਦੇ ਮੁਤਾਬਕ ਚੇਂਜ ਕਰਨਾ ਹੈ। ਅੰਗਰੇਜ਼ੀ ਦੇ ਵਿੱਚ ਤਾਂ ਦੋ ਸ਼ਬਦ ਨੇ, ਪਰ ਪੰਜਾਬੀ ਦੇ ਵਿੱਚ ਆਪਣੇ ਕੋਲ ਜ਼ਿਆਦਾ ਸ਼ਬਦ ਨੇ, ਜਿਵੇਂ ਤੂੰ, ਤੇਰਾ, ਤੈਨੂੰ, ਤੁਸੀਂ, ਤੁਹਾਡਾ, ਤੁਹਾਨੂੰ। ਤਾਂ ਪਿਆਰੇ ਵਿਦਿਆਰਥੀਓ, ਗੱਲ ਕਰਦੇ ਹਾਂ ਥਰਡ ਪਰਸਨ ਦੀ। ਥਰਡ ਪਰਸਨ ਉਹ ਹੁੰਦਾ ਹੈ ਜਿਸ ਦੀ ਆਪਾਂ ਚੁਗਲੀ ਕਰ ਰਹੇ ਹੁੰਦੇ ਹਾਂ। ਹੀ, ਸ਼ੀ, ਉਹ, ਇੱਕ ਉਹ ਪੁਰਸ਼ ਵਾਸਤੇ ਹੈ, ਇੱਕ ਉਹ ਇਸਤਰੀ ਵਾਸਤੇ। ਇਸੇ ਤਰ੍ਹਾਂ ਹਿਜ, ਹਰ, ਉਸਦਾ, ਹਿਮ, ਹਰ, ਉਸਨੂੰ, ਦੇ, ਉਹ ਬਹੁਵਚਨ, ਜ਼ਿਆਦਾ ਵਿਅਕਤੀਆਂ ਵਾਸਤੇ ਦੇ ਸ਼ਬਦ ਹੁੰਦਾ ਹੈ। ਦੇਅਰ, ਉਹਨਾਂ ਦਾ, them, ਉਹਨਾਂ ਨੂੰ। ਤਾਂ ਪਿਆਰੇ ਵਿਦਿਆਰਥੀਓ, ਜਦੋਂ ਅਸੀਂ SON ਦੇ ਫਾਰਮੂਲੇ ਅਨੁਸਾਰ ਫਸਟ ਪਰਸਨ ਨੂੰ ਸਬਜੈਕਟ ਦੇ ਅਨੁਸਾਰ ਚੇਂਜ ਕਰਾਂਗੇ, ਸੈਕੰਡ ਪਰਸਨ ਨੂੰ ਆਬਜੈਕਟ ਦੇ ਮੁਤਾਬਕ ਚੇਂਜ ਕਰਾਂਗੇ, ਥਰਡ ਪਰਸਨ ਨੂੰ ਆਪਾਂ ਚੇਂਜ ਹੀ ਨਹੀਂ ਕਰਾਂਗੇ, ਤਾਂ ਸਾਡਾ ਜਿਹੜਾ ਨਰੇਸ਼ਨ ਦਾ ਸੈਂਟੈਂਸ ਜਿਹੜਾ ਆਪਾਂ ਆਨਸਰ ਦੇ ਰੂਪ ਦੇ ਵਿੱਚ ਬਣਾਵਾਂਗੇ ਉਹਦੇ ਠੀਕ ਹੋਣ ਦੇ ਜ਼ਿਆਦਾ ਚਾਂਸ ਹਨ। ਇਹ ਗੱਲ ਆਪਾਂ ਕੁਝ ਉਦਾਹਰਨਾਂ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਨੰਬਰ 1, ਪਹਿਲਾ ਵਾਕ ਹੈ he said to me I write a letter। ਤਾਂ ਆਪਾਂ ਕੀ ਕੀਤਾ, said to ਨੂੰ ਤਾਂ ਆਪਾਂ ਬਣਾਉਣਾ ਆਉਂਦਾ ਸੀ, ਆਪਾਂ told ਬਣਾਤਾ। he told me, ਆਪਦੇ ਕੋਲੋਂ that ਵੀ ਲਗਾਤਾ। ਹੁਣ ਗੱਲ ਆਉਂਦੀ ਹੈ ਕਿ I, ਜਿਹੜਾ I ਹੈ ਇਹ ਜਿਹੜਾ ਪ੍ਰੋਨਾਉਨ ਹੈ ਇਹ ਕਿਹੜਾ ਹੈ? ਫਸਟ ਪਰਸਨ ਹੈ। ਆਪਾਂ ਇੱਧਰ ਦੇਖੋ ਫਸਟ ਪਰਸਨ ਹੈ। ਹੁਣ ਫਸਟ ਪਰਸਨ ਨੂੰ ਆਪਾਂ ਕਿਸ ਦੇ ਮੁਤਾਬਕ ਚੇਂਜ ਕਰਨਾ ਹੁੰਦਾ ਹੈ? ਸਬਜੈਕਟ ਦੇ ਮੁਤਾਬਕ। ਇਹਦਾ ਮਤਲਬ ਫਸਟ ਪਰਸਨ ਨੂੰ ਆਪਾਂ ਕਿਸ ਮੁਤਾਬਕ ਚੇਂਜ ਕਰਾਂਗੇ? ਸਬਜੈਕਟ ਮੁਤਾਬਕ। ਸਬਜੈਕਟ ਦੇ ਵਿੱਚ ਕੀ ਸੀਗਾ? ਹੀ ਕੀ ਹੈ? ਥਰਡ ਪਰਸਨ। ਤਾਂ ਜਦੋਂ ਆਪਾਂ ਆਏ ਨੂੰ ਥਰਡ ਪਰਸਨ ਹੀ ਦੇ ਮੁਤਾਬਕ ਚੇਂਜ ਕਰਾਂਗੇ ਤਾਂ ਸਾਡੇ ਕੋਲੋਂ ਆਏ ਦੀ ਥਾਂ ਤੇ ਕੀ ਆ ਜਾਏਗਾ? ਹੀ ਵਰਡ ਆ ਜਾਏਗਾ। ਮੈਂ, ਉਹ, ਤੁਸੀਂ ਇੱਧਰ ਵੀ ਦੇਖ ਸਕਦੇ ਹੋ ਆਏ ਜਿਹੜਾ ਹੈ ਵਰਡ ਨੂੰ ਜਦੋਂ ਆਪਾਂ ਥਰਡ ਪਰਸਨ ਮੁਤਾਬਕ ਚੇਂਜ ਕਰਨਾ ਪਿਆ ਤਾਂ ਸਾਡੇ ਕੋਲ ਹੀ ਜਾਂ ਸ਼ੀ ਆ ਸਕਦਾ ਹੈ। ਤਾਂ ਸਾਡੇ ਕੋਲੋਂ ਕਿਉਂਕਿ ਵਾਕ ਦੇ ਵਿੱਚ ਹੀ ਸੀ ਇਸ ਕਰਕੇ ਆਪਾਂ ਇੱਥੇ ਹੀ ਵਰਡ ਲੈ ਲਿਆ। He told me that he wrote a letter। Next ਹੈ he says to me you have done your duty।
ਤਾਂ ਪਿਆਰੇ ਵਿਦਿਆਰਥੀਓ, ਹੁਣ ਆਪਾਂ ਜਿਹੜਾ ਯੂ ਵਰਡ ਹੈ ਇਹਨੂੰ ਸਿੱਖਣਾ ਹੈ। ਯੂ ਵਰਡ ਕੀ ਹੈਗਾ? ਸੈਕੰਡ ਪਰਸਨ ਹੈ। ਦੇਖ ਰਹੇ ਹੋ ਨਾ, ਸੈਕੰਡ ਪਰਸਨ ਹੈ। ਸੈਕੰਡ ਪਰਸਨ ਨੂੰ ਆਪਾਂ ਕਿਸ ਦੇ ਮੁਤਾਬਕ ਚੇਂਜ ਕਰਨਾ ਸੀ? ਆਬਜੈਕਟ ਦੇ ਮੁਤਾਬਕ। ਆਬਜੈਕਟ ਦੇਖੋ ਕੀ ਹੈ, ਤਾਂ ਯੂ ਨੂੰ ਆਪਾਂ ਆਬਜੈਕਟ ਦੇ ਮੁਤਾਬਕ ਚੇਂਜ ਕਰਨਾ ਹੈ। ਆਬਜੈਕਟ ਹੈ ਕੀ? ਮੀ ਕੀ ਹੈ? ਫਸਟ ਪਰਸਨ ਹੈ। ਤਾਂ ਫਸਟ ਪਰਸਨ ਦੇ ਵਿੱਚੋਂ ਕੋਈ ਵੀ ਆਪਾਂ ਸ਼ਬਦ ਚੂਜ਼ ਕਰਨਾ ਹੈ। ਫਸਟ ਪਰਸਨ ਦੇ ਵਿੱਚੋਂ ਕੋਈ ਸ਼ਬਦ ਆਪਾਂ ਇੱਥੇ ਲਗਾਉਣਾ ਹੈ। ਤਾਂ ਜਦੋਂ ਯੂ ਨੂੰ ਜਦੋਂ ਫਸਟ ਪਰਸਨ ਮੁਤਾਬਕ ਚੇਂਜ ਕਰਾਂਗੇ ਤਾਂ ਸਾਡੇ ਕੋਲ ਵਰਡ ਕਿਹੜੇ ਕਿਹੜੇ ਨੇ? ਆਏ ਹੈ, ਮਾਏ ਹੈ, ਮੀ ਹੈ, ਵੀ, ਅਵਰ, ਅਸ। ਤੇ ਇਹਨਾਂ ਵਿੱਚੋਂ ਆਏ ਹੀ ਲੱਗ ਸਕਦਾ ਹੈ। ਤੂੰ ਦਾ ਕੀ ਬਣ ਜਾਏਗਾ? ਮੈਂ। ਤਾਂ ਸਾਡੇ ਕੋਲ ਆ ਗਿਆ he tells me that I have done my duty। next ਹੈ he says to her you have done your duty। ਹੁਣ ਦੇਖੋ ਵਾਕ ਤਾਂ ਉਹੀ ਹੈ। ਹੁਣ ਆਪਾਂ ਯੂ ਨੂੰ, ਕਿਉਂਕਿ ਯੂ ਨੂੰ ਆਪਾਂ ਹਮੇਸ਼ਾ ਆਬਜੈਕਟ ਦੇ ਮੁਤਾਬਕ ਬਦਲਣਾ ਹੈ। ਹੁਣ ਆਬਜੈਕਟ ਹੋਰ ਆ ਗਿਆ। ਹੁਣ ਆਬਜੈਕਟ ਆ ਗਿਆ ਹਰ ਜਿਹੜੇ ਸ਼ਬਦ ਹੈ ਇਹ ਥਰਡ ਪਰਸਨ ਹੈ। ਹੁਣ ਆਪਾਂ ਦੇਖਣਾ ਹੈ ਕਿ ਥਰਡ ਪਰਸਨ ਦੇ ਵਿੱਚੋਂ ਆਪਾਂ ਯੂ ਦੇ ਸਾਹਮਣੇ ਕਿਹੜੇ ਸ਼ਬਦ ਨੂੰ ਲੈ ਸਕਦੇ ਹਾਂ। ਤਾਂ ਸਾਡੇ ਕੋਲ ਯੂ ਦੇ ਸਾਹਮਣੇ ਹੀ, ਸ਼ੀ ਹੈ। ਹੋਰ ਸਾਡੇ ਕੋਲ ਹਿਮ, ਹਰ ਹੈ। ਹਿਮ, ਹਰ ਦਾ ਤਾਂ ਸਾਡੇ ਨਾਲ ਇੱਥੇ ਕੋਈ ਮਤਲਬ ਨਿਕਲਦਾ ਹੀ ਨਹੀਂ। ਇਸ ਕਰਕੇ ਆਪਾਂ ਕੀ ਲੈ ਲਾਂਗੇ? ਹਰ ਦੀ ਥਾਂ ਤੇ ਕੀ ਲੈ ਲਾਂਗੇ? ਸ਼ੀ। ਹੀ ਟੈਲਸ ਹਰ ਦੈਟ ਸ਼ੀ ਹੈਜ਼ ਡਨ ਹਰ ਡਿਊਟੀ। ਨੈਕਸਟ ਸੈਂਟੈਂਸ ਹੈ ਹੀ ਸੇਜ਼ ਟੂ ਯੂ she has done her duty। ਹੁਣ ਆਪਾਂ ਕੀ ਕਰਨਾ ਹੈ? ਜਿਹੜਾ ਇਹ she word ਹੈ ਇਸ ਨੂੰ ਦੇਖਣਾ ਹੈ ਕਿ ਆਪਾਂ ਬਦਲਣਾ ਹੈ ਕਿ ਨਹੀਂ ਬਦਲਣਾ, ਕਿਉਂਕਿ she ਜਿਹੜਾ word ਹੈ ਇਹ ਥਰਡ ਪਰਸਨ ਹੈ। ਥਰਡ ਪਰਸਨ ਨੂੰ ਆਪਾਂ n ਦੇ ਮੁਤਾਬਕ ਬਦਲਣਾ, ਭਾਵ ਨੋ ਚੇਂਜ। ਤਾਂ ਇਸ ਦੇ ਵਿੱਚ ਕੋਈ ਵੀ ਤਬਦੀਲੀ ਨਹੀਂ ਆਵੇਗੀ। ਆਨਸਰ ਕੀ ਆ ਜਾਵੇਗਾ? he tells you that she। ਤਾਂ she ਦਾ she ਉਸੇ ਤਰ੍ਹਾਂ ਹੀ ਰਹਿ ਗਿਆ। he tells you that she has done her duty। ਨੋਟ: ਚੈਨਲ ਦਿਨੇਸ਼ ਐਜੂਕੇਸ਼ਨ ਐਂਡ ਸਪੋਰਟਸ ਤੇ ਪਲੇਲਿਸਟ ਨਰੇਸ਼ਨ ਇਨ ਇੰਗਲਿਸ਼ ਗ੍ਰਾਮਰ ਰਾਹੀਂ 18 ਵੀਡੀਓਜ਼ ਰਾਹੀਂ ਬਹੁਤ ਜ਼ਿਆਦਾ ਡਿਟੇਲ ਦੇ ਵਿੱਚ ਹਰ ਸਬ ਟੌਪਿਕ ਸਮਝਾਇਆ ਗਿਆ ਹੈ। ਰੂਲ ਨੰਬਰ 4, ਰਿਪੋਰਟਡ ਸਪੀਚ ਦਾ ਟੈਂਸ ਕਦੋਂ ਚੇਂਜ ਨਹੀਂ ਕਰਨਾ ਅਤੇ ਕਦੋਂ ਚੇਂਜ ਕਰਨਾ ਹੁੰਦਾ ਹੈ। 4th A, ਰਿਪੋਰਟਡ ਸਪੀਚ ਦਾ ਟੈਂਸ ਕਦੋਂ ਚੇਂਜ ਨਹੀਂ ਕਰਨਾ। ਤਾਂ ਨੰਬਰ 1, ਜੇਕਰ ਰਿਪੋਰਟਿੰਗ ਵਰਬ ਵਰਤਮਾਨ ਕਾਲ ਜਾਂ ਭਵਿੱਖ ਕਾਲ ਵਿੱਚ ਹੈ ਤਾਂ ਰਿਪੋਰਟਡ ਸਪੀਚ ਦਾ ਟੈਂਸ ਨਹੀਂ ਬਦਲਣਾ ਹੁੰਦਾ। ਭਾਵ ਜੇਕਰ ਰਿਪੋਰਟਡ ਸਪੀਚ ਵਰਤਮਾਨ ਕਾਲ ਵਿੱਚ ਹੈ ਤਾਂ ਵਰਤਮਾਨ ਕਾਲ ਵਿੱਚ ਹੀ ਰਹੇਗੀ। ਇਸੇ ਤਰ੍ਹਾਂ ਜੇਕਰ ਰਿਪੋਰਟਡ ਸਪੀਚ ਭੂਤਕਾਲ ਵਿੱਚ ਹੈ ਤਾਂ ਭੂਤਕਾਲ ਵਿੱਚ ਰਹੇਗੀ, ਤੇ ਜੇਕਰ ਭਵਿੱਖ ਕਾਲ ਵਿੱਚ ਹੈ ਤਾਂ ਭਵਿੱਖ ਕਾਲ ਵਿੱਚ ਹੀ ਰਹੇਗੀ। ਪਰ ਪ੍ਰੋਨਾਊਨਸ ਚੇਂਜ ਹੋ ਸਕਦੇ ਹਨ। ਉਦਾਹਰਣ ਨੰਬਰ 1, she says I am ill। ਇਹ ਵਰਤਮਾਨ ਕਾਲ ਹੈ। ਆਨਸਰ ਹੈ she says that she is ill। ਇਹ ਵੀ ਵਰਤਮਾਨ ਕਾਲ ਹੈ। ਕਹਿਣ ਦਾ ਭਾਵ ਆਪਾਂ ਕਾਲ ਚੇਂਜ ਨਹੀਂ ਕੀਤਾ, ਪ੍ਰੈਜ਼ੈਂਟ ਟੈਂਸ ਨੂੰ ਪ੍ਰੈਜ਼ੈਂਟ ਟੈਂਸ ਵਿੱਚ ਹੀ ਰਹਿਣ ਦਿੱਤਾ ਹੈ। ਕਿਉਂ ਰਹਿਣ ਦਿੱਤਾ ਹੈ? ਕਿਉਂਕਿ ਰਿਪੋਰਟਿੰਗ ਵਰਬ ਜਿਹੜਾ ਇਹ ਸੇਜ਼ ਵਰਡ ਹੈ ਇਹ ਪ੍ਰੈਜ਼ੈਂਟ ਟੈਂਸ ਵਿੱਚ ਸੀ। ਇਸ ਕਰਕੇ ਆਪਾਂ ਰਿਪੋਰਟਡ ਸਪੀਚ ਦਾ ਟੈਂਸ ਵੀ ਨਹੀਂ ਬਦਲਿਆ। ਇਸੇ ਤਰ੍ਹਾਂ ਐਗਜ਼ਾਮਪਲ ਨੰਬਰ 2, ਦੇ ਵਿਲ ਸੇ ਵੀ ਆਰ ਇਲ। ਇਹ ਵੀ ਵਰਤਮਾਨ ਕਾਲ ਵਿੱਚ ਹੈ, ਕਿਉਂਕਿ ਬਾਹਰ ਵਿਲ ਆ ਗਿਆ, ਇਹਦਾ ਮਤਲਬ ਫਿਊਚਰ ਟੈਂਸ ਆ ਗਿਆ। ਜਦੋਂ ਪ੍ਰੈਜ਼ੈਂਟ ਟੈਂਸ ਆਇਆ ਸੀ ਤਾਂ ਵੀ ਆਪਾਂ ਰਿਪੋਰਟਡ ਸਪੀਚ ਦਾ ਟੈਂਸ ਨਹੀਂ ਬਦਲਿਆ। ਜਦੋਂ ਭਵਿੱਖ ਕਾਲ ਆ ਗਿਆ, ਫਿਊਚਰ ਟੈਂਸ ਆ ਗਿਆ ਰਿਪੋਰਟਿੰਗ ਵਰਬ ਦੇ ਵਿੱਚ, ਉਦੋਂ ਵੀ ਆਪਾਂ ਟੈਂਸ ਚੇਂਜ ਨਹੀਂ ਕਰਨਾ। ਵੀ ਆ ਇਲ ਵਰਤਮਾਨ ਕਾਲ ਵਿੱਚ ਹੈ ਤੇ ਇਸ ਨੂੰ ਆਪਾਂ ਵਰਤਮਾਨ ਕਾਲ ਦੇ ਵਿੱਚ ਹੀ ਰਹਿਣ ਦਿੱਤਾ। ਸਿਰਫ ਆਪਾਂ ਪ੍ਰੋਨਾਊਨਸ ਚੇਂਜ ਕੀਤੇ ਹਨ। 4th A ਦਾ ਸੈਕੰਡ ਰੂਲ ਹੈ, ਜੇਕਰ ਰਿਪੋਰਟਡ ਸਪੀਚ ਵਿੱਚ ਕਿਸੇ ਯੂਨੀਵਰਸਲ ਟਰੁੱਥ
ਹੈਬਿਟ, ਫੈਕਟ ਜਾਂ ਕਿਸੇ ਹਿਸਟੋਰੀਕਲ ਟਰੁੱਥ ਦਾ ਵਰਣਨ ਹੋਵੇ ਤਾਂ ਰਿਪੋਰਟਡ ਸਪੀਚ ਦਾ ਟੈਂਸ ਨਹੀਂ ਬਦਲਣਾ, ਚਾਹੇ ਰਿਪੋਰਟਡ ਸਪੀਚ ਦਾ ਟੈਂਸ ਪਾਸਟ ਟੈਂਸ ਹੀ ਕਿਉਂ ਨਾ ਹੋਵੇ। ਕਹਿਣ ਦਾ ਭਾਵ ਰਿਪੋਰਟਡ ਸਪੀਚ ਵਿੱਚ ਯੂਨੀਵਰਸਲ ਟਰੁੱਥ ਹੈ ਤਾਂ ਰਿਪੋਰਟਿੰਗ ਵਰਬ ਕਿਸੇ ਵੀ ਟੈਂਸ ਵਿੱਚ ਹੋਵੇ, ਆਪਾਂ ਰਿਪੋਰਟਡ ਸਪੀਚ ਦਾ ਟੈਂਸ ਨਹੀਂ ਬਦਲਣਾ। ਐਗਜ਼ਾਮਪਲ ਨੰਬਰ 1, The teacher said, The earth moves round the sun. ਅਧਿਆਪਕ ਨੇ ਕਿਹਾ ਧਰਤੀ ਸੂਰਜ ਦੁਆਲੇ ਘੁੰਮਦੀ ਹੈ। The teacher said that the earth moves round the sun. ਅਧਿਆਪਕ ਨੇ ਕਿਹਾ ਕਿ ਧਰਤੀ ਸੂਰਜ ਦੁਆਲੇ ਘੁੰਮਦੀ ਹੈ। ਤਾਂ ਪਿਆਰੇ ਵਿਦਿਆਰਥੀਓ, ਚਾਹੇ ਰਿਪੋਰਟਿੰਗ ਸਪੀਚ ਪਾਸਟ ਟੈਂਸ ਵਿੱਚ ਹੈ, ਫਿਰ ਵੀ ਆਪਾਂ ਜਿਹੜਾ ਰਿਪੋਰਟਡ ਸਪੀਚ ਸੀ ਉਸ ਦਾ ਟੈਂਸ ਨਹੀਂ ਬਦਲਿਆ, ਵਰਤਮਾਨ ਕਾਲ ਨੂੰ ਵਰਤਮਾਨ ਕਾਲ ਵਿੱਚ ਹੀ ਰਹਿਣ ਦਿੱਤਾ। ਕਾਰਨ ਕੀ ਹੈ ਕਿ ਜੇਕਰ ਆਪਾਂ ਇੱਥੇ ਮੂਵਜ਼ ਦੀ ਥਾਂ ਤੇ ਮੂਵਡ ਦੂਜੀ ਫਾਰਮ ਕਰ ਦੇਵਾਂਗੇ ਤਾਂ ਇਸ ਦਾ ਅਰਥ ਇਹ ਨਿਕਲੇਗਾ ਕਿ ਅਧਿਆਪਕ ਨੇ ਕਿਹਾ ਕਿ ਧਰਤੀ ਸੂਰਜ ਦੁਆਲੇ ਘੁੰਮਦੀ ਸੀ ਤੇ ਹੁਣ ਨਹੀਂ ਘੁੰਮਦੀ। ਇਹਦਾ ਮਤਲਬ ਅਰਥ ਜਿਹੜਾ ਹੈਗਾ ਉਹ ਹੀ ਬਦਲ ਜਾਵੇਗਾ ਤੇ ਵਾਕ ਜਿਹੜਾ ਹੈਗਾ ਬੇਅਰਥ ਹੋ ਜਾਵੇਗਾ। ਇਸ ਕਰਕੇ ਇੱਕ ਨਿਯਮ ਬਣਾ ਦਿੱਤਾ ਗਿਆ ਕਿ ਜਿਹੜੇ ਯੂਨੀਵਰਸਲ ਟਰੁੱਥ ਨੇ ਉਹਨਾਂ ਦਾ ਆਪਾਂ ਟੈਂਸ ਚੇਂਜ ਨਹੀਂ ਕਰਨਾ। ਨੈਕਸਟ ਹੈ, ਦੂਸਰੀ ਐਗਜ਼ਾਮਪਲ ਹੈ, The boy said, I take exercise daily. ਉਸ ਲੜਕੇ ਨੇ ਕਿਹਾ ਮੈਂ ਰੋਜ਼ ਐਕਸਰਸਾਈਜ਼ ਕਰਦਾ ਹਾਂ। ਤਾਂ ਇਹ ਹੈਬਿਟ ਹੈ ਕਿਸੇ ਦੀ। ਜੇ ਕਿਸੇ ਦੀ ਹੈਬਿਟ ਹੈ ਕਿਸੇ ਕੰਮ ਨੂੰ ਕਰਨ ਦੀ ਤਾਂ ਵੀ ਆਪਾਂ ਟੈਂਸ ਚੇਂਜ ਨਹੀਂ ਕਰਨਾ। The boy said that he takes exercise daily. ਹਾਂ, ਇਹ ਜ਼ਰੂਰ ਧਿਆਨ ਦਿਓ ਕਿ ਆਪਾਂ ਆਏ ਤੋਂ ਹੀ ਕਰ ਦਿੱਤਾ, ਆਪਾਂ ਪ੍ਰੋਨਾਊਨਸ ਚੇਂਜ ਕੀਤੇ ਹਨ, ਕਾਲ ਨਹੀਂ ਬਦਲਿਆ, ਵਰਤਮਾਨ ਦੀ ਗੱਲ ਨੂੰ ਵਰਤਮਾਨ ਦੇ ਵਿੱਚ ਹੀ ਰਹਿਣ ਦਿੱਤਾ ਹੈ। ਨੰਬਰ 3, The teacher said the first battle of Panipat was fought in 1526. ਕਿਉਂਕਿ ਇਹ ਹਿਸਟੋਰੀਕਲ ਫੈਕਟ ਹੈ, ਅਧਿਆਪਕ ਨੇ ਕਿਹਾ ਪਾਣੀਪਤ ਦੀ ਪਹਿਲੀ ਲੜਾਈ 1526 ਵਿੱਚ ਲੜੀ ਗਈ। ਤਾਂ ਕਿਉਂਕਿ ਇਹ ਹਿਸਟੋਰੀਕਲ ਫੈਕਟ ਹੈ, ਇਸ ਲਈ ਇਸ ਦੇ ਵਿੱਚ ਵੀ ਆਪਾਂ ਕੋਈ ਤਬਦੀਲੀ ਨਹੀਂ ਕਰਨੀ। ਤਬਦੀਲੀ ਤੋਂ ਭਾਵ ਆਪਾਂ ਟੈਂਸ ਚੇਂਜ ਨਹੀਂ ਕਰਨਾ। ਆਨਸਰ ਆ ਜਾਵੇਗਾ The teacher said that the first battle of Panipat was fought in 1526. ਪਿਆਰੇ ਵਿਦਿਆਰਥੀਓ, ਹੁਣ ਤੱਕ ਆਪਾਂ ਸਟੱਡੀ ਕੀਤਾ ਸੀ ਕਿ ਰਿਪੋਰਟਡ ਸਪੀਚ ਦਾ ਟੈਂਸ ਕਦੋਂ ਕਦੋਂ ਨਹੀਂ ਬਦਲਣਾ। ਹੁਣ ਆਪਾਂ ਸਟੱਡੀ ਕਰ ਰਹੇ ਹਾਂ ਕਿ ਰਿਪੋਰਟਡ ਸਪੀਚ ਦਾ ਟੈਂਸ ਕਦੋਂ ਬਦਲਣਾ ਹੈ, ਰਿਪੋਰਟਡ ਸਪੀਚ ਦਾ ਟੈਂਸ ਚੇਂਜ ਕਦੋਂ ਕਰਨਾ ਹੈ। ਤਾਂ ਪਿਆਰੇ ਵਿਦਿਆਰਥੀਓ, ਜੇਕਰ ਰਿਪੋਰਟਿੰਗ ਸਪੀਚ ਦਾ ਟੈਂਸ ਪਾਸਟ ਟੈਂਸ ਹੋਵੇ ਅਤੇ ਰਿਪੋਰਟਡ ਸਪੀਚ ਵਿੱਚ ਕੋਈ ਯੂਨੀਵਰਸਲ ਟਰੁੱਥ, ਹੈਬਿਟ, ਫੈਕਟ, ਹਿਸਟੋਰੀਕਲ ਟਰੁੱਥ, ਪ੍ਰੋਵਰਬ ਦਾ ਵਾਕ ਨਾ ਹੋਵੇ ਤਾਂ ਰਿਪੋਰਟਡ ਸਪੀਚ ਦਾ ਟੈਂਸ ਹੇਠ ਲਿਖੇ ਅਨੁਸਾਰ ਚੇਂਜ ਕਰਨਾ ਹੈ। ਪਹਿਲਾ ਨਿਯਮ, ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਨੂੰ ਬਦਲੋ ਪਾਸਟ ਇੰਡੈਫੀਨਿਟ ਟੈਂਸ ਵਿੱਚ। ਕਹਿਣ ਦਾ ਭਾਵ ਵਰਬ ਦੀ ਪਹਿਲੀ ਫਾਰਮ ਹੋਵੇ ਜਾਂ ਪਹਿਲੀ ਫਾਰਮ ਦੇ ਨਾਲ ਐਸ ਜਾਂ ਈਐਸ ਹੋਵੇ, ਉਸ ਨੂੰ ਆਪਾਂ ਬਦਲ ਦੇਣਾ ਹੈ ਵਰਬ ਦੀ ਦੂਜੀ ਫਾਰਮ ਵਿੱਚ। ਜੇ ਡੂ ਡਜ਼ ਲੱਗਿਆ ਹੈ ਉਸ ਨੂੰ ਬਦਲ ਦੇਣਾ ਹੈ ਡਿਡ ਜਮਾ ਵਰਬ ਦੀ ਪਹਿਲੀ ਫਾਰਮ ਵਿੱਚ। ਉਦਾਹਰਣ, ਰਾਮ ਸੈਡ ਆਈ ਗੋ ਹੋਮ। ਆਨਸਰ ਆ ਜਾਵੇਗਾ ਰਾਮ ਸੈਡ ਦੈਟ ਹੀ ਵੈਂਟ ਹੋਮ। ਤਾਂ ਆਪਾਂ ਕੀ ਕੀਤਾ, ਵਰਬ ਦੀ ਪਹਿਲੀ ਫਾਰਮ ਗੋ ਨੂੰ ਬਦਲ ਦਿੱਤਾ ਵਰਬ ਦੀ ਦੂਜੀ ਫਾਰਮ ਵੈਂਟ ਵਿੱਚ। ਪਰ ਕਦੋਂ? ਜਦੋਂ ਪਹਿਲੀ ਸ਼ਰਤ ਅਨੁਸਾਰ ਰਿਪੋਰਟਿੰਗ ਵਰਬ ਪਾਸਟ ਟੈਂਸ ਹੋਵੇ। ਇੱਥੇ ਕਿਉਂਕਿ ਸੈਡ ਹੈ, ਦੂਜੀ ਫਾਰਮ ਹੈ, ਇਹ ਪਾਸਟ ਟੈਂਸ ਹੈ। ਦੂਜੀ ਸ਼ਰਤ ਕੀ ਸੀ ਕਿ ਇਨਵਰਟਡ ਕੋਮਿਆਂ ਦੇ ਵਿੱਚ, ਕਹਿਣ ਦਾ ਭਾਵ ਰਿਪੋਰਟਡ ਸਪੀਚ ਜਿਹੜੀ ਹੈ ਉਹ ਯੂਨੀਵਰਸਲ ਟਰੁੱਥ ਨਾ ਹੋਵੇ। ਤਾਂ ਇਹਨਾਂ ਵਾਕਾਂ ਦੇ ਵਿੱਚ ਅਸੀਂ ਦੇਖਿਆ ਹੈ ਕਿ ਦੋਨੋਂ ਹੀ ਸ਼ਰਤਾਂ ਲਾਗੂ ਹੁੰਦੀਆਂ ਹਨ। ਰਿਪੋਰਟਿੰਗ ਵਰਬ ਪਾਸਟ ਟੈਂਸ ਵਿੱਚ ਹੈ ਅਤੇ ਇਨਵਰਟਡ ਕੋਮੇ ਦੇ ਵਿੱਚ, ਕਹਿਣ ਦਾ ਭਾਵ ਰਿਪੋਰਟਡ ਸਪੀਚ ਜਿਹੜੀ ਹੈ ਉਹ ਯੂਨੀਵਰਸਲ ਟਰੁੱਥ ਨਹੀਂ ਹੈ।
ਤਾਂ ਆਪਾਂ ਕੀ ਕਰਨਾ ਹੈ, ਪਹਿਲੀ ਫਾਰਮ ਨੂੰ ਬਦਲ ਦੇਣਾ ਹੈ ਦੂਜੀ ਫਾਰਮ ਵਿੱਚ। ਦੂਸਰਾ ਨਿਯਮ, ਪ੍ਰੈਜ਼ੈਂਟ ਕੰਟੀਨਿਊਸ ਟੈਂਸ ਨੂੰ ਬਦਲੋ ਪਾਸਟ ਕੰਟੀਨਿਊਸ ਟੈਂਸ ਵਿੱਚ। ਇਜ਼ ਐਮ ਆਰ ਜਮਾ ਵਰਬ ਦੀ ਪਹਿਲੀ ਫਾਰਮ ਨਾਲ ਆਈਐਨਜੀ ਲੱਗੀ ਹੋਵੇ ਤਾਂ ਆਪਾਂ ਕਾਹਦੇ ਵਿੱਚ ਤਬਦੀਲ ਕਰ ਸਕਦੇ ਹਾਂ, ਵਾਜ਼ ਵਰ ਜਮਾ ਵਰਬ ਦੀ ਪਹਿਲੀ ਫਾਰਮ ਤੇ ਆਈਐਨਜੀ ਵਿੱਚ। ਉਦਾਹਰਨ, ਆਈ ਸੈਡ ਟੂ ਦਾ ਟੀਚਰ ਆਈ ਐਮ ਵਰਕਿੰਗ ਹਾਰਡ। ਆਂਸਰ ਕੀ ਆ ਜਾਏਗਾ, ਆਈ ਟੋਲਡ ਦਾ ਟੀਚਰ ਦੈਟ ਆਈ ਵਾਜ਼ ਵਰਕਿੰਗ ਹਾਰਡ। ਨੋਟ ਕਰਨ ਵਾਲੀ ਸਿਰਫ ਇੰਨੀ ਗੱਲ ਹੈ ਕਿ ਇਜ਼ ਐਮ ਆਰ ਨੂੰ ਆਪਾਂ ਵਾਜ਼ ਵਰ ਦੇ ਵਿੱਚ ਤਬਦੀਲ ਕਰਨਾ ਸੀ, ਐਮ ਨੂੰ ਆਪਾਂ ਕਾਹਦੇ ਵਿੱਚ ਤਬਦੀਲ ਕਰਤਾ, ਵਾਜ਼ ਵਿੱਚ। ਤੀਸਰਾ ਨਿਯਮ ਹੈ, ਪ੍ਰੈਜ਼ੈਂਟ ਪਰਫੈਕਟ ਟੈਂਸ ਨੂੰ ਬਦਲੋ ਪਾਸਟ ਪਰਫੈਕਟ ਟੈਂਸ ਵਿੱਚ। ਕਹਿਣ ਦਾ ਭਾਵ ਹੈਜ਼, ਹੈਵ ਜਮਾ ਤੀਜੀ ਫਾਰਮ ਹੋਵੇ ਤਾਂ ਆਪਾਂ ਕੀ ਕਰ ਦੇਣਾ, ਹੈਡ ਜਮਾ ਤੀਜੀ ਫਾਰਮ ਵਿੱਚ। ਉਦਾਹਰਨ, ਰਾਮ ਸੈਡ ਆਈ ਹੈਵ ਗੋਨ ਹੋਮ। ਆਂਸਰ ਕੀ ਆ ਜਾਵੇਗਾ, ਰਾਮ ਸੈਡ ਦੈਟ ਹੀ ਹੈਡ ਗੋਨ ਹੋਮ। ਤਾਂ ਆਪਾਂ ਕੀ ਕੀਤਾ, ਹੈਵ ਨੂੰ ਬਦਲ ਦਿੱਤਾ ਹੈਡ ਵਿੱਚ। ਇਸੇ ਤਰ੍ਹਾਂ ਹੀ ਚੌਥਾ ਨਿਯਮ ਦੇਖੋ, ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਟੈਂਸ ਨੂੰ ਬਦਲੋ ਪਾਸਟ ਪਰਫੈਕਟ ਕੰਟੀਨਿਊਸ ਟੈਂਸ ਵਿੱਚ। ਕਹਿਣ ਦਾ ਭਾਵ ਹੈਜ਼ ਬੀਨ ਹੋਵੇ, ਹੈਵ ਬੀਨ ਹੋਵੇ, ਵਰਬ ਦੀ ਪਹਿਲੀ ਫਾਰਮ ਨਾਲ ਆਈਐਨਜੀ ਹੋਵੇ, ਉਸ ਨੂੰ ਆਪਾਂ ਕਾਹਦੇ ਵਿੱਚ ਤਬਦੀਲ ਕਰਨਾ ਹੈ, ਹੈਡ ਬੀਨ ਜਮਾ ਵਰਬ ਦੀ ਪਹਿਲੀ ਫਾਰਮ ਜਮਾ ਆਈਐਨਜੀ ਵਿੱਚ। ਜੇਕਰ ਸਿੰਸ ਫੋਰ ਲੱਗਿਆ ਹੈ ਤਾਂ ਆਪਾਂ ਸਿੰਸ ਫੋਰ ਲਗਾ ਦੇਣਾ ਹੈ। ਐਗਜ਼ਾਮਪਲ, I said I have been ill since Monday। आंसर ਕੀ ਆ ਜਾਵੇਗਾ, I said that I had been ill since Monday। ਇਸ ਵਿੱਚ ਆਪਾਂ ਤਬਦੀਲੀ ਕੀ ਕੀਤੀ, ਆਪਾਂ have ਦੀ ਥਾਂ ਤੇ ਕੀ ਲਗਾ ਦਿੱਤਾ, had। YouTube ਦੀ ਸਰਚ ਬਾਰ ਦੇ ਵਿੱਚ ਆਪਾਂ ਦਿਨੇਸ਼ ਐਜੂਕੇਸ਼ਨ ਐਂਡ ਸਪੋਰਟਸ ਲਿਖਣਾ ਹੈ। ਸਾਡੇ ਕੋਲੋਂ ਇੱਕ ਨਵਾਂ ਪੇਜ ਆ ਜਾਏਗਾ, ਉਹਦੇ ਉੱਪਰਲੇ ਪਾਸੇ ਲਿਖਿਆ ਹੋਇਆ ਦਿਨੇਸ਼ ਐਜੂਕੇਸ਼ਨ ਐਂਡ ਸਪੋਰਟਸ ਤੇ ਹੇਠਾਂ ਆਪਸ਼ਨ ਦਿੱਤੀ ਹੈ ਸਬਸਕ੍ਰਾਈਬ ਦੀ। ਤੁਸੀਂ ਡਾਇਰੈਕਟ ਇੱਥੋਂ ਵੀ ਸਬਸਕ੍ਰਾਈਬ ਕਰ ਸਕਦੇ ਹੋ। ਜੇਕਰ ਕੋਈ ਵੀਡੀਓ ਦੇਖ ਰਹੇ ਹੋ, ਜਿਵੇਂ ਕਿ ਆਪਾਂ ਚੈਨਲ ਖੋਲ ਲਿਆ ਤੇ ਆਪਾਂ ਕੋਈ ਵੀਡੀਓ ਦੇਖ ਰਹੇ ਹਾਂ, ਤਾਂ ਜਦੋਂ ਵੀਡੀਓ ਚੱਲੇਗੀ ਸਾਡੇ ਕੋਲ ਕੁਝ ਆਪਸ਼ਨਸ ਆਉਣਗੀਆਂ। ਤਾਂ ਸਾਡੇ ਕੋਲ ਆਪਸ਼ਨਸ ਆ ਗਈਆਂ, ਇੱਥੇ ਜਿੱਥੇ ਫੋਟੋ ਲੱਗੀ ਹੈ ਹੇਠਾਂ ਦਿਨੇਸ਼ ਐਜੂਕੇਸ਼ਨ ਐਂਡ ਸਪੋਰਟਸ ਲਿਖਿਆ ਹੋਇਆ ਹੈ, ਇਹਦੇ ਨਾਲ ਆ ਸਬਸਕ੍ਰਾਈਬ ਦਾ ਬਟਨ ਹੈ, ਤੁਸੀਂ ਸਬਸਕ੍ਰਾਈਬ ਦਾ ਬਟਨ ਨੱਪ ਲੈਣਾ ਇਸ ਨੂੰ, ਤੇ ਤੁਹਾਡੇ ਕੋਲ 3 ਆਪਸ਼ਨਸ ਆਉਣਗੀਆਂ। ਜਦੋਂ ਇਸ ਨੂੰ ਆਪਾਂ ਨੱਪਾਂਗੇ ਤਾਂ 3 ਆਪਸ਼ਨਸ ਆਉਣਗੀਆਂ, ਉਹਦੇ ਉੱਪਰ ਲਿਖਿਆ ਹੋਇਆ ਆਲ। ਤਾਂ ਆਲ ਦੀ ਆਪਸ਼ਨ ਜਿਹੜੀ ਹੈ ਉਹ ਤੁਸੀਂ ਜ਼ਰੂਰ ਪ੍ਰੈਸ ਕਰ ਦੇਣੀ ਹੈ ਤਾਂ ਕਿ ਤੁਹਾਨੂੰ ਹਰ ਨਵੀਂ ਵੀਡੀਓ ਦਾ ਸੁਨੇਹਾ ਲੱਗ ਜਾਇਆ ਕਰੇ। ਸਬਸਕ੍ਰਾਈਬ ਕਰਨ ਲਈ ਤੇ ਵੀਡੀਓਜ਼ ਸ਼ੇਅਰ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।